ਅਸੀਂ ਕਈ ਵਾਰ ਕਹਿੰਦੇ ਆ ਅੱਜ ਦੇ ਆਪ ਜੀ ਦੇ ਪੜ੍ਹੇ ਲਿਖੇ ਜਿਹੜੇ ਸਾਈਕੋਲੋਜਿਸਟ ਨੇ ਨਾ, ਉਹ ਕੱਖ ਵੀ ਨਹੀਂ, ਭਾਵੇਂ ਪ੍ਰੋਫੈਸਰ ਨੇ ਬੜੇ ਬੜੇ ਵੱਡੇ। ਸਤਿਗੁਰੂ ਤੋਂ ਵੱਧ ਮਨ ਦੀਆਂ ਜਾਣਨ ਵਾਲਾ ਕੋਈ ਨਹੀਂ, ਸਤਿਗੁਰੂ ਤੋਂ ਵੱਡਾ ਮਨੋਵਿਗਿਆਨਿਕ ਵੀ ਕੋਈ ਨਹੀਂ, ਮਨ ਦੀ ਜਾਣਨ ਵਾਲਾ ਨਹੀਂ। ਕਹਿਣ ਲੱਗਾ ਨਹੀਂ ਚੋਰੀ ਨਹੀਂ ਛੱਡ ਸਕਦਾ, ਕਹਿੰਦੇ ਠੀਕ ਹੈ 3 ਬਚਨ ਮੰਨ ਲੈ, ਗਰੀਬ ਮਾਰ ਨਹੀਂ ਕਰਨੀ, ਝੂਠ ਨਹੀਂ ਬੋਲਣਾ ਤੇ ਲੂਣ ਖਾ ਕੇ ਹਰਾਮ ਨਹੀਂ ਕਰਨਾ। ਸਵਾਲ ਬਣਦਾ ਏ ਕਿ 3 ਬਚਨ ਸਤਿਗੁਰੂ ਨੇ ਭੂਮੀਏ ਨੂੰ ਕੀਤੇ ਤੇ ਭੂਮੀਏ ਚੋਰ ਨੇ ਉਹ ਨਿਭਾਏ ਵੀ ਤੇ ਭਾਈ ਭੂਮੀਆ ਬਣ ਗਿਆ। ਸਵਾਲ ਬਣਦਾ ਏ ਕਿ ਹੇ ਮਨਾ, ਤੂੰ ਕਿੰਨੇ ਬਚਨ ਮੰਨੇ ਨੇ ਗੁਰੂ ਨਾਨਕ ਦੇ? ਕੋਈ ਇੱਕ ਮੰਨਿਆ? ਭਾਈ ਭੂਮੀਏ ਨੇ ਤੇ 3 ਮੰਨੇ ਤੇ ਚੋਰ ਤੋਂ ਭੂਮੀਆਂ ਬਣ ਗਏ। ਪੁੱਛਣਾ ਏ ਮਨਾ ਤੂੰ ਕਿੰਨੇ ਮੰਨੇ? ਤੇ ਸਮਝ ਆਵੇਗੀ ਕਿ ਕੀ ਬਣਿਆ। ਸਤਿਗੁਰੂ ਨਾਲ ਪ੍ਰਣ ਕਰ ਲਿਆ ਕਿ ਠੀਕ ਹੈ ਸਤਿਗੁਰੂ ਇਹ ਬਚਨ ਮੰਨਾਂਗਾ। ਸੋਚੀ ਪੈ ਗਿਆ ਕਿ ਚੋਰੀ ਤੇ ਕਰਨੀ ਏ, ਲੰਗਰ ਕਿੱਦਾਂ ਚੱਲੇਗਾ, ਰਸਤ ਮੁੱਕਦੀ ਜਾਂਦੀ ਏ ਤੇ ਕਰੀਏ ਕੀ। ਸਤਿਗੁਰੂ ਨੇ ਕਿਹਾ ਸੀ ਗਰੀਬ ਮਾਰ ਨਹੀਂ ਕਰਨੀ, ਤੇ ਕਹਿੰਦੇ ਠੀਕ ਏ ਰਾਜੇ ਨੂੰ ਲੁੱਟਦੇ ਆ। ਰਾਜੇ ਦੇ ਘਰ ਚਲੇ ਗਏ। ਇਹ ਸਾਖੀਆਂ ਤੁਸੀਂ ਸੁਣੀਆਂ ਨੇ, ਪਰ ਸੱਚ ਏ ਕਿ ਸਿੱਖਿਆ ਕੁਝ ਨਹੀਂ। ਇਹ ਵੀ ਗੱਲ ਨਾਲ ਸੁਣੀਆਂ ਜ਼ਰੂਰ ਨੇ, ਪਰ ਆਪ ਜੀ ਦਾ ਰਮਜੀ ਪਿਤਾ ਕੋਈ ਕਲਾ ਵਰਤਾਉਂਦੇ ਫਿਰਦੇ ਸੀ। ਆਪ ਜੀ ਦੇ ਸਾਹਿਬ ਪਿਤਾ ਕੋਈ ਜੀਵਨ ਦੇ ਬੜੇ ਰੰਗ ਬਖਸ਼ਦੇ ਫਿਰਦੇ ਸੀ। ਉਹ ਰੰਗਾਂ ਨੂੰ ਚੁਗਿਆ ਕਿ ਨਹੀਂ ਚੁਗਿਆ? ਉਹ ਰੰਗ ਆਪ ਜੀ ਦੇ ਜੀਵਨ 'ਚ ਉਤਰੇ ਕਿ ਨਹੀਂ ਉਤਰੇ? ਕਿ ਗਰੀਬ ਮਾਰ ਨਹੀਂ ਕਰਨੀ, ਪਹਿਲੀ ਗੱਲ ਤੇ ਚੋਰੀ ਨਾ ਕਰੀ, ਤੇ ਜੇ ਕਰੇਗਾ ਤੇ ਇਹ ਧਿਆਨ 'ਚ ਰੱਖੀ। ਅੱਜ ਕਈ ਜੀ ਕਹਿ ਦਿੰਦੇ ਕਿ ਨਹੀਂ, ਭੂਮੀਏ ਚੋਰ ਨੂੰ ਵੀ ਸਤਿਗੁਰੂ ਨੇ ਚੋਰੀ ਕਰਨ ਦੀ ਇਜਾਜ਼ਤ ਕੀਤੀ ਸੀ, ਇਸ ਕਰਕੇ ਸਾਨੂੰ ਵੀ ਦਿੱਤੀ ਹੈ। ਇਦਾਂ ਦੀ ਕੋਈ ਗੱਲ ਨਹੀਂ ਹੈ। ਸਤਿਗੁਰੂ ਤੇ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਦੀ ਹਾਮੀ ਵੀ ਨਹੀਂ ਕਿਸੇ ਨੇ ਭਰਨੀ। ਗਰੀਬ ਮਾਰ ਨਾ ਕਰੀ, ਸੋਚਿਆ ਰਾਜੇ ਨੂੰ ਲੁੱਟਦੇ ਆ। ਰਾਜੇ ਦੇ ਮਹਿਲ ਦੀ ਸਾਰੀ ਸੂਹ ਲੈ ਲਈ, ਖਬਰ ਲੈ ਲਈ। ਇੱਕ ਦਿਨ ਤਿਆਰ ਹੋ ਕੇ ਕਲਗੀ ਲਾ ਕੇ ਸੋਹਣਾ ਬਾਣਾ ਪਾ ਕੇ ਤੇ ਰਾਤ ਨੂੰ ਰਾਜੇ ਦੇ ਮਹਿਲ ਦੇ ਬਾਹਰ ਚਲਾ ਗਿਆ। ਦਰਬਾਨ ਨੇ ਪੁੱਛਿਆ ਕਿ ਭਾਈ ਕੌਣ ਹੈ? ਤੇ ਗਾੜੀਆਂ ਬੜੇ ਗੁੱਸੇ 'ਚ ਕਿਹਾ ਕਿ ਚੋਰ ਆ, ਚੋਰੀ ਕਰਨ ਆਇਆ। ਦਰਬਾਨ ਨੇ ਸੋਚਿਆ ਕਿ ਕੋਈ ਰਾਜੇ ਦਾ ਵਾਕਬ ਹੋਣਾ, ਰਿਸ਼ਤੇਦਾਰ ਹੋਣਾ, ਯੁਵਰਾਜ ਹੋਣਾ ਹੈ, ਤਾਈਓ ਗੁੱਸਾ ਕਰ ਗਿਆ ਮੇਰੀ ਗੱਲ ਦਾ। ਤਾਈਓ ਹੀ ਸਿੱਧਾ ਮਹਿਲ ਦੇ ਅੰਦਰ ਤੁਰਿਆ ਆਉਂਦਾ ਸੀ। ਤੇ ਡਰ ਗਿਆ ਦਰਬਾਨ ਕਿ ਮੈਂ ਤੇ ਨਵੀਂ ਨੌਕਰੀ ਕੀਤੀ ਏ, ਇਹ ਨਾ ਹੋਵੇ ਕਿ ਰਾਜੇ ਤੋਂ ਕੱਲ ਮੇਰੀ ਕਲਾਸ ਲੱਗੇ। ਇਹਦੇ ਨੂੰ ਪਹਿਲਾਂ ਉਹਦੇ ਤੋਂ ਮਾਫੀ ਮੰਗੀ ਕਿ ਮਾਫ ਕਰ ਦੇ, ਕੋਈ ਨਹੀਂ, ਚਲਾ ਜਾ ਅੰਦਰ। ਅੰਦਰ ਚਲੇ ਗਏ। ਮਹਿਲ ਦੀ ਜਾਣਕਾਰੀ ਸੀ, ਸਿੱਧੇ ਰਾਜੇ ਦੇ ਕਕਸ਼ ਦੇ ਜਿੱਥੇ ਰਾਣੀ ਦੇ ਗਹਿਣੇ ਪਏ ਸੀ, ਰਾਜੇ ਦੇ ਗਹਿਣੇ ਪਏ ਸੀ, ਉੱਥੇ ਚਲੇ ਗਏ। ਸਾਰਾ ਸੋਨਾ, ਸਾਰੇ ਹੀਰੇ ਇਕੱਠੇ ਕਰ ਲਏ, ਪੰਡ ਬੰਨ ਲਈ। ਤੁਰਨ ਲੱਗੇ ਨੇ ਤੇ ਇੱਕ ਸੋਨੇ ਦੀ ਡੱਬੀ ਨਜ਼ਰ ਆਈ। ਜਦੋਂ ਡੱਬੀ ਪਕੜ ਕੇ ਪਾਉਣ ਲੱਗੇ ਤੇ ਉਹਦੇ ਵਿੱਚ ਕੁਝ ਸੀ। ਮਹਿਸੂਸ ਹੋਇਆ ਕਿ ਕੁਝ ਹੀ। ਡੱਬੀ ਖੋਲ ਕੇ ਦੇਖਿਆ ਕਿ ਹੈ ਕੀ, ਤੇ ਕੁਝ ਪਾਊਡਰ ਜਿਹਾ ਹੱਥ ਨੂੰ ਲੱਗਾ। ਚੱਖ ਕੇ ਦੇਖਿਆ ਤੇ ਚੂਰਨ ਸੀ ਹਾਜਮੇ ਦਾ। ਸੋਚੀ ਪੈ ਗਏ ਕਿ ਅੱਜ ਤੇ ਰਾਜੇ ਦਾ ਲੂਣ ਵੀ ਖਾ ਲਿਆ, ਤੇ ਸਤਿਗੁਰੂ ਨੇ ਕਿਹਾ ਸੀ ਲੂਣ ਖਾ ਕੇ ਹਰਾਮ ਨਹੀਂ ਕਰਨਾ। ਹੁਣ ਕਰਾਂ ਕੀ, ਛੱਡ ਕੇ ਜਾਵਾਂ ਕਿ ਨਾ ਜਾਵਾਂ? ਪਰ ਸਤਿਗੁਰੂ ਦੇ ਬਚਨ ਨੂੰ ਸਨਮੁਖ ਰੱਖਿਆ। ਆਪ ਜੀ ਵੀ ਕਈ ਵਾਰ ਬੇਈਮਾਨੀ ਕਰਨ ਲੱਗਦੇ ਹੋ, ਟੈਕਸ ਦੇ ਵਿੱਚ, ਹੋਰ ਕਈ ਚੀਜ਼ਾਂ ਦੇ ਵਿੱਚ। ਮਨ ਕਹਿੰਦਾ ਏ ਕਿ ਤੂੰ ਗੁਰੂ ਦਾ ਸਿੱਖ ਹੈ, ਇੱਦਾਂ ਨਾ ਕਰੀ। ਪਰ ਫਿਰ ਅਸੀਂ ਕੀ ਕਰਦੇ? ਆ ਅੱਖਾਂ ਜਿਹੜੀਆਂ ਨੇ ਬਾਹਰ ਰੂਪ ਦੇਖਣ ਨੂੰ ਫਿਰਦੀਆਂ ਨੇ,
मन कहंदी आत्मा अंदरों के ना देखी तू गुरु दा सिख है। शराब पीण लग्या कहंदा है आत्मा के ना पीवी गुरु नानक दा सिख है तू। दाढ़ी तेरे मूँह ते, पग तेरे मूँह ते। की भाई भूमीए तो सिखिया कि नहीं सतगुरु दा बचन कमाउणा है बस। उत्थे ही सारा कुछ छड्डिया ते वापस आ गए। अगले दिन महल दे विच रौला पै गया कि चोरी हो गई। जदों वेखिया ते समान सारा पूरा सी, उत्थे ही सी। राजा बड़ा हैरान होया कि ये किहो जिहा चोर है, इन्ना निधड़क ते इन्ना निडर कि मेरे कक्ष तक, मेरे राजमहल दे मेरे कमरे तक पहुंच गया। ये कोई खतरनाक है, इनू लभना पएगा। जरूर कोई खड़का हो गया होना, कोई जाग गया होना ते चोरी पंड छड्ड के ही दौड़ गया होना। जेड़े सैनापति सी, सेना सी, हुक्म ला दिता कि बंदा पकड़ के ले आओ। उन्होंने लोकां नू पकड़ना शुरू किया, कुटना मारना शुरू किया। ते भाई भूमीए नू पता लगा कि मेरे करके कोई गरीब जेड़ा है ना उन्नू कुट पै रही, मेरे करके गरीब मार हो रही, मेरे करके गरीब लोकां नू मारिया जा रहा। ते आप ही सीधा राजे को चलिया गया कि सतगुरु दा बचन है गरीब मार नहीं करनी। सतगुरु तुसी दसो किहदी राखी करनगे, जेड़ा उहदा बचन कमाउंदा जां जेड़ा साडे वांगू चलाकियां करदा ओदी। भूमीए चोर नू ते भूमीआ चोर अज भी असीं बेधड़क होके कह दिन्ने, पर सच जाणिओ ਉਹ ਤੇ ਭਾਈ ਭੂਮੀਆਂ ਹੋ ਗਿਆ, पर ਸਾਡੇ अंदरों अजे चोर मुक्का नहीं। आप चले गए राजे तो, पता सी इन्ने फांसी ते टंग देना, पता सी इन्ने सूली ते टंग देना। सच बोलिया ते सूली ते टंग देना, पर नहीं, गरीब मार नहीं करनी, मेरे गुरु दा हुक्म है। ते जाके राजे नू सच सच दस दिता कि इन्हां गरीबां सारियां नू छड्ड दिओ, तुहाडा चोर मैं आ। राजा बड़ा हैरान होया, दंभ रहा कि किदां दा चोर है। पहलां पंड छड्ड गया सी बज्जी बजाई, हुण आपे आके कहिंदा है कि इन्हां नू छड्ड दिओ, मैं चोर आ। पुछया तैनू डर नहीं लगदा? तैनू मौत दी सजा हो सकदी है, तू मेरे सामने आके सच बोलण दी हिम्मत कीती? कहण लगा कि नहीं, मेरे गुरु दा बचन है, मैं गुरु दा बचन करदा पिया। सारी वार्ता दसी कि उन्हें बचन कीता सी गरीब मार नहीं करनी, लूण खा के हराम नहीं करना ते झूठ नहीं बोलना। सारी वार्ता सुनी कि तेरा चूरन खा लिया सी, लूण खा लिया सी, तां छड्ड गया। ते राजा खिड़खड़ा के हस पिया। ते इक्को ही उहदे मूँह चों गल निकली कि धन है तेरा गुरु, धन है तेरा गुरु, जिन्ने तिन्नू चोरी तो रोकिया भी नहीं, पर तिन्नू इस जोगा भी नहीं छड्डिया कि तू चोरी कर सके। गरीबां घर तू चोरी कर नहीं सकदा, राजियां घर करेगा ते सच बोलना पैना, तू फड़िया जाना, तेनू दसना पैना, गरीब मार होनी। हुण तू चोरी करेगा कित्थे? हुण चोरी जोगा छड्डिया नहीं उन्हें तेनू। सच्चे जदों गुरु नानक दे भेट होईए ना, फिर आप जी नू औगण करन वास्ते वो छड्डदा ही नहीं। बड़ा खुश होया, आशा कर उठिया कि बड़ा कमाल है तेरा गुरु, इन्ना कमाल है, अकल दा भंडारा है, इन्नी समझ है जिन्नी मैं कदी किसे को सुनी नहीं सी। पर सिर्फ समझ ही नहीं है, कोई अध्यात्म भी है, कोई रूहानियत भी है, कुछ अलाही भी है कि तिन्नू उथों चोरी तो रोक लिया, तेरे कर्म तो रोक लिया, वो भी बिना रोक के। ते भाई भूमिया नू कहन लगा कि हुण तिन्नू मैं की सजा दवां, हुण ते मैनू ये नहीं समझ आउंदी कि तू साधु है कि चोर है, क्योंकि मेरे वेखे तू बड़ा महान साधु है। हुण तू गलत कर्म ही नहीं करना ते तिन्नू सजा किस कर्म दी दियां। हुण ते तिन्नू इक्को ही सजा है कि उस गुरु नानक दे मैनू भी दर्शन करा, उस गुरु नानक दे मैनू भी दर्शन करा।
ਭਾਈ ਭੂਮੀਏ ਨੂੰ ਪੁੱਛਿਆ ਕਿ ਹੋਰ ਕੀ ਕਰਦਾ ਏ ਗੁਰੂ ਦਾ। ਕਹਿਣ ਲੱਗਾ ਕਿ ਪਹਿਲਾਂ ਜਿਨ੍ਹਾਂ ਨਾਲ ਚੋਰੀ ਕਰਦਾ ਹਾਂ ਨਾ, ਹੁਣ ਬੀਬੀ ਨੂਰਾਂ ਤੋਂ ਅਸਾਮ ਤੋਂ ਜਾ ਕੇ ਕੁਝ ਸਤਿਗੁਰੂ ਦੀ ਬਾਣੀ ਜਿਹੜੀ ਉਹ ਗਾਉਂਦੇ ਨੇ ਨਾ, ਜਿਹੜੀ ਮੇਰੇ ਕੰਨੀ ਪਾ ਕੇ ਗਏ ਸੀ, ਉਹ ਪੋਥੀਆਂ ਲੈ ਆਂਦੀਆਂ ਤੇ ਉਹ ਪੜ੍ਹਦੇ ਆ ਤੇ ਗਾਉਨੇ ਆ ਤੇ ਉਹ ਮਨ ਬਦਲਦੀਆਂ ਨੇ। ਤੂੰ ਵੀ ਗਾਇਆ ਕਰ। ਹੈਰਾਨ ਹੋਇਆ ਰਾਜੇ ਨੇ ਇੱਕ ਧਰਮਸ਼ਾਲਾ ਬਣਾਈ। ਧਰਮਸ਼ਾਲਾ ਦੇ ਵਿੱਚ ਕੀਰਤਨ ਹੁੰਦਾ ਤੇ 24 ਘੰਟੇ ਲੰਗਰ ਚੱਲਦਾ ਤੇ ਉਹ ਰਾਜਾ ਹਮੇਸ਼ਾ ਤੜਫਦਾ ਰਹਿੰਦਾ ਆਪਣੇ ਪਿਆਰੇ ਦੇ ਦਰਸ਼ਨਾਂ ਨੂੰ ਕਿ ਮੇਰਾ ਗੁਰੂ ਨਾਨਕ ਮੈਨੂੰ ਕਦੋਂ ਦਰਸ਼ਨ ਦੇਏਗਾ। ਭੂਮੀਏ ਚੋਰ ਨੂੰ ਤੇ ਉਹਦੇ ਗੁਨਾਹ ਕਰਕੇ ਵੀ ਦਰਸ਼ਨ ਦੇ ਗਿਆ ਸੀ, ਮੈਨੂੰ ਕਦੋਂ ਦਰਸ਼ਨ ਦੇਏਗਾ। ਤੇ ਭਾਈ ਭੂਮੀਆਂ ਦੇ ਕੋਲ ਵੀ ਆਲੇ ਦੁਆਲਿਓਂ ਸਿੱਖ ਜੁੜ ਜਾਂਦੇ, ਬਾਣੀ ਗਾਉਂਦੇ ਤੇ ਜਿਹੜਾ ਚੋਰ ਦਾ ਘਰ ਸੀ ਨਾ, ਉਹ ਗੁਰੂ ਨਾਨਕ ਦਾ ਘਰ ਬਣਿਆ। ਤੇ ਉਸ ਇੱਕ ਗੁਰੂ ਨਾਨਕ ਦੇ ਸਿੱਖ ਤੋਂ ਅਨੇਕਾਂ ਗੁਰੂ ਨਾਨਕ ਦੇ ਸਿੱਖ ਬਣੇ।